ਹਰਿਮੰਦਰ ਸਾਹਿਬ ਤੁਸੀਂ ਜਾਓ, ਅੱਜ ਦੇ ਦਿਨ ਤੇ ਪੈਰ ਰੱਖਣ ਨੂੰ ਥਾਂ ਨਹੀਂ ਮਿਲਦੀ। ਇੰਨੀ ਤਾਦਾਦ ਵਿੱਚ ਸਿੱਖ ਸੰਗਤਾਂ ਇਸ ਪੁਰਬ ਨੂੰ ਮਨਾਉਣ ਵਾਸਤੇ ਹਰਿਮੰਦਰ ਸਾਹਿਬ ਪਹੁੰਚਦੀਆਂ। ਖੈਰ, ਅੱਜ ਇੱਕ ਸਵਾਲ ਉੱਠਦਾ ਹੈ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ। ਧੁਰ ਦਰਗਾਹ 'ਚੋਂ ਆਈ ਹੋਈ ਬਾਣੀ ਹੈ ਜਿਹਦਾ ਅੱਜ ਪ੍ਰਕਾਸ਼ ਕੀਤਾ ਗਿਆ। ਇਹ ਬਾਣੀ ਸਾਰੀਆਂ ਚਿੰਤਾਵਾਂ ਖਤਮ ਕਰਦੀ। ਤੇ ਸਵਾਲ ਪੈਦਾ ਹੁੰਦਾ, ਅੱਜ ਵੀ ਸਿੱਖਾਂ ਨੂੰ ਪੁੱਛੋ, ਕਿਹੜਾ ਸਿੱਖ ਜਿਹੜਾ ਕਹਿੰਦਾ ਮੈਨੂੰ ਚਿੰਤਾ ਨਹੀਂ, ਮੇਰੇ ਘਰ ਦੇ ਵਿੱਚ ਚਿੰਤਾ ਝੋਰੇ ਨਹੀਂ, ਅੱਜ ਵੀ ਚਿੰਤਾ ਦੇ ਵਿੱਚ ਜੀਵਨ ਬਤੀਤ ਕਰੇ। ਤੇ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਧੁਰ ਦਰਗਾਹ 'ਚੋਂ ਬਾਣੀ ਆਈ, ਇਹਨੇ ਚਿੰਤਾ ਖਤਮ ਕਰ ਦਿੱਤੀ। ਜੇ ਚਿੰਤਾ ਖਤਮ ਕਰਤੀ ਤਾਂ ਅੱਜ ਹਰੇਕ ਸਿੱਖ ਚਿੰਤਾ ਤੁਰ ਕਿਉਂ ਹੈ? ਤੇ ਉਹਦਾ ਸਾਡੇ ਸਿੱਖ ਵਿਦਵਾਨਾਂ ਨੇ ਉੱਤਰ ਬੜੇ ਕਮਾਲ ਦਾ ਦਿੱਤਾ। ਕਹਿਣ ਲੱਗੇ, ਸਜਣਾ, ਧੁਰ ਦਰਗਾਹ 'ਚੋਂ ਬਾਣੀ ਸੰਸਾਰ ਵਿੱਚ ਆ ਗਈ ਹੈ, ਪਰ ਤੇਰੀ ਚਿੰਤਾ ਤਾਂ ਖਤਮ ਹੋਏਗੀ ਜਿਸ ਦਿਨ ਬਾਣੀ ਤੇਰੇ ਹਿਰਦੇ ਵਿੱਚ ਆ ਜਾਏ। ਸੰਸਾਰ ਵਿੱਚ ਤੇ ਬਾਣੀ ਆ ਗਈ ਨਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਗ੍ਰੰਥ ਸਾਹਿਬ ਤਿਆਰ ਕਰ ਦਿੱਤਾ, ਸਤਿਗੁਰਾਂ ਨੇ ਆਪਣੀ ਰਸਨਾ ਤੋਂ ਉਚਾਰਨ ਕਰ ਦਿੱਤੇ, ਤੇ ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਜੇ ਮਹਾਰਾਜ ਜੀ ਕਹਿੰਦੇ ਵੀ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ, ਤੇ ਵਿੱਚ ਕੋਈ ਦੋ ਰਾਏ ਨਹੀਂ ਵੀ ਬਾਣੀ ਸਾਡੀ ਚਿੰਤਾ ਨਹੀਂ ਖਤਮ ਕਰੇਗੀ। ਪਰ ਹਲੇ ਬਾਣੀ ਸਾਡੀ ਰਸਨਾ ਤੇ ਆਈ। ਜਿਸ ਦਿਨ ਹਿਰਦੇ ਵਿੱਚ ਬਾਣੀ ਵਸ ਗਈ, ਉਸ ਦਿਨ ਕੋਈ ਚਿੰਤਾ ਨਹੀਂ ਜੇ ਰਹਿੰਦੀ। ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਵਸੀ ਸੀ ਨਾ, ਕਿ ਉਹਨਾਂ ਨੂੰ ਕੋਈ ਚਿੰਤਾ ਝੁਰਾ ਵਾਪਿਆ? ਹਾਲਾਂਕਿ ਵੇਖੋ ਸਮਾਂ ਆਇਆ ਐਸਾ, ਇੱਕ ਸਿੱਖ ਨੇ ਆਣ ਕੇ ਮਹਾਰਾਜ ਜੀ ਨੂੰ ਬਚਨ ਕਹਿ ਦਿੱਤੇ, ਮਹਾਰਾਜ ਤੁਸੀਂ ਬੜੇ ਆਰਾਮ ਨਾਲ ਬੈਠੇ ਹੋ, ਮੈਨੂੰ ਤੇ ਬੜੀ ਚਿੰਤਾ ਸਤਾ ਰਹੀ। ਮਹਾਰਾਜ ਕਹਿਣ ਲੱਗੇ, ਕਿਹੜੀ ਚਿੰਤਾ ਸਤਾ ਰਹੀ? ਕਹਿਣ ਲੱਗੇ, ਮਹਾਰਾਜ ਤੁਹਾਨੂੰ ਪਤਾ ਨਹੀਂ ਲੱਗਾ ਹਲੇ? ਕਹਿਣ ਲੱਗੇ, ਬਿਲਕੁਲ ਸਾਨੂੰ ਤੇ ਕੋਈ ਪਤਾ ਨਹੀਂ ਲੱਗਾ। ਕਹਿਣ ਲੱਗੇ, ਸੂਲੀ ਖਾਂ ਚੜ੍ਹ ਕੇ ਆ ਰਿਹਾ। ਤੇ ਮਹਾਰਾਜ ਕਹਿਣ ਲੱਗੇ, ਫੇਰ? ਕਹਿਣ ਲੱਗੇ, ਮਹਾਰਾਜ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸੂਲੀ ਖਾਂ ਬੜਾ ਡਾਢਾ ਜੀ, ਉਹਦੇ ਕੋਲ ਬੜੀ ਸੈਨਾ ਹੈ, ਤੇ ਉਹ ਇਸ ਕਰਕੇ ਹਰਿਮੰਦਰ ਸਾਹਿਬ ਨਹੀਂ ਆ ਰਿਹਾ ਵੀ ਮੱਥਾ ਟੇਕਣ ਆ ਰਿਹਾ, ਨਹੀਂ, ਉਹ ਅੰਮ੍ਰਿਤਸਰ ਤੁਹਾਡੇ ਤੇ ਵਾਰ ਕਰਕੇ ਤੁਹਾਨੂੰ ਖਤਮ ਕਰਨ ਵਾਸਤੇ ਆ ਰਿਹਾ। ਮਹਾਰਾਜ ਕਹਿਣ ਲੱਗੇ, ਅੱਛਾ। ਹੁਣ ਵੇਖੋ, ਜਿਹਦੇ ਰਸਨਾ ਤੇ ਬਾਣੀ ਸੀ, ਉਹ ਕਹਿੰਦਾ, ਮਹਾਰਾਜ ਤੁਹਾਨੂੰ ਤੇ ਚਿੰਤਾ ਨਹੀਂ, ਮੈਨੂੰ ਤੇ ਬੜੀ ਚਿੰਤਾ। ਤੁਸੀਂ ਕਹਿੰਦੇ ਹੋ ਵੀ ਸੁਲੀ ਖਾਂ ਆ ਰਿਹਾ ਤੇ ਕੋਈ ਗੱਲ ਨਹੀਂ, ਫਿਰ ਕੀ? ਕਹਿਣ ਲੱਗੇ, ਮਹਾਰਾਜ ਹੋ ਸਕਦਾ ਤੁਸੀਂ ਨਾ ਜਾਣਦੇ ਹੋ, ਪਰ ਮੈਂ ਜਾਣਦਾ। ਅੱਜ ਤੱਕ ਜਿੱਥੇ ਸੁਲੇਹ ਖਾਂ ਚੜ੍ਹ ਕੇ ਗਿਆ ਹੈ ਨਾ, ਆਪਣੇ ਜਵਾਨਾਂ ਨੂੰ ਨਾਲ ਲੈ ਕੇ, ਉੱਥੇ ਜਿੱਤ ਕੇ ਵਾਪਸ ਆਇਆ। ਪਤਾ ਨਹੀਂ ਕਿੰਨਿਆਂ ਨੂੰ ਮੌਤ ਦੇ ਘਾਟ ਉਤਾਰ ਆਇਆ। ਤੇ ਕਹਿਣ ਲੱਗੇ, ਮੈਨੂੰ ਤੇ ਬੜੀ ਚਿੰਤਾ ਲੱਗੀ। ਮਹਾਰਾਜ ਕਹਿਣ ਲੱਗੇ, ਫੇਰ ਕੀ ਕਰਨਾ ਚਾਹੀਦਾ? ਤੇ ਉਹ ਸਿੱਖ ਅੱਗੋਂ ਕਹਿਣ ਲੱਗਾ, ਮਹਾਰਾਜ ਮੈਂ ਤੇ ਇਹ ਕਹਿਣਾ ਵੀ ਆਪਾਂ ਨਾ ਇੱਕ ਚਿੱਠੀ ਲਿਖ ਦਈਏ, ਚਿੱਠੀ ਲਿਖ ਕੇ ਉਸ ਸੁਲੇਹ ਖਾਂ ਤੱਕ ਪਹੁੰਚਾਈਏ ਵੀ ਸਜਣਾ, ਤੇਰਾ ਕੋਈ ਸਾਡੇ ਨਾਲ ਵੈਰ ਨਹੀਂ, ਅਸੀਂ ਕੋਈ ਤੇਰੇ ਨਾਲ ਹਿਸਾਬ ਕਿਤਾਬ ਨਹੀਂ, ਕੋਈ ਲੈਣ ਦੇਣ ਨਹੀਂ, ਤੂੰ ਕਿਉਂ ਚੜ੍ਹ ਕੇ ਆ ਰਿਹਾ? ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਜਿਨ੍ਹਾਂ ਹੱਥਾਂ ਦੇ ਨਾਲ ਬਾਣੀ ਲਿਖੀ ਹੈ ਨਾ, ਉਹਨਾਂ ਹੱਥਾਂ ਦੇ ਨਾਲ ਆਪਣੇ ਤਨ ਦੇ ਠੀਕਰੇ ਨੂੰ ਬਚਾਉਣ ਵਾਸਤੇ ਇੱਕ ਦੁਨੀਆ ਦੇ ਫਾਨੀ ਰਾਜੇ ਨੂੰ ਮੈਂ ਚਿੱਠੀ ਨਹੀਂ ਲਿਖਾਂ, ਉਸ ਐ ਸੈਨਾਪਤੀ ਨੂੰ ਚਿੱਠੀ ਨਹੀਂ ਲਿਖਾਂਗਾ। ਤੁਸੀਂ ਕਹਿਣ ਲੱਗਾ, ਚੱਲ ਮਹਾਰਾਜ ਦੋ ਬੰਦੇ ਹੀ ਭੇਜ ਦਿੰਦੇ, ਜਾ ਕੇ ਸੁਲ੍ਹਾ ਸਫਾਈ ਕਰ ਆਉਣ। ਮਹਾਰਾਜ ਕਹਿਣ ਲੱਗੇ, ਨਹੀਂ ਭਾਈ, ਦੋ ਮਨੁੱਖਾਂ ਨੂੰ ਵੀ ਮੈਂ ਉਸ ਸੁਲ੍ਹੇ ਖਾਂ ਦੀਆਂ ਮਿੰਨਤਾਂ ਕਰਨ ਵਾਸਤੇ ਨਹੀਂ ਭੇਜਣਾ। ਤੇ ਜਿਹੜਾ ਸਿੱਖ ਸੀ ਨਾ, ਕਹਿਣ ਲੱਗਾ, ਮਹਾਰਾਜ ਬੜੀ ਚਿੰਤਾ ਲੱਗੀ ਹੈ, ਫਿਰ ਕੀ ਕੀਤਾ ਜਾਏ? ਕੋਈ ਕਰੋ ਉਦਮ, ਕੋਈ ਹਥਿਆਰ ਹੱਥ ਵਿੱਚ ਫੜ ਲਈਏ, ਸ਼ਸਤਰ ਹੱਥ ਵਿੱਚ ਫੜ ਲਈਏ, ਆਏਗਾ ਦੋ ਹੱਥ ਕਰਕੇ ਭਜਾ ਦਿਆਂਗੇ। ਮਹਾਰਾਜ ਕਹਿਣ ਲੱਗੇ, ਅਸੀਂ ਤਿਆਰੀ ਕਰ ਲਈ, ਸਾਨੂੰ ਕਿਸੇ ਕੀ ਚੀਜ਼ ਦੀ ਚਿੰਤਾ ਨਹੀਂ। ਪੁੱਛਿਆ, ਜੀ ਕਿਹੜੀ ਤਿਆਰੀ ਕੀਤੀ ਜੇ? ਮੈਨੂੰ ਤੇ ਕੋਈ ਨਜ਼ਰ ਨਹੀਂ ਆ ਰਹੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ, ਅਸੀਂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਨੂੰ ਹਿਰਦੇ ਵਿੱਚ ਵਸਾ ਕੇ ਬੈਠੇ, ਸਾਂਭ ਕੇ ਬੈਠੇ। ਜਿਹੜੇ ਇੱਕ ਨਿਰੰਕਾਰ ਨਾਲ ਜੁੜ ਜਾਂਦੇ, ਉਸ ਪਰਮਾਤਮਾ ਦੇ ਘਰ ਦੇ ਵਿੱਚੋਂ ਆਈ ਹੋਈ ਬਾਣੀ ਦਾ ਆਸਰਾ ਲੈ ਲੈਂਦੇ ਨੇ। ਇਸ ਇੱਕ ਸੁਲਹੇ ਖਾਨ ਦੇ ਕੀ ਵਿਗਾੜਨਾ? ਇਹੋ ਜਿਹੇ ਹਜ਼ਾਰਾਂ ਚੜ੍ਹ ਕੇ ਆ ਜਾਣ, ਕੁਛ ਨਹੀਂ ਵਿਗਾੜ ਸਨ। ਵੇਖੋ, ਜੇ ਬਾਣੀ ਹਿਰਦੇ ਵਿੱਚ ਆਈ ਹੋਏਗੀ ਨਾ, ਤਾਂ ਸਾਡੀਆਂ ਚਿੰਤਾਵਾਂ ਖਤਮ ਹੋਣੀਆਂ। ਹਰੇ ਤੇ ਰਸਨ ਉੱਥੇ ਹਜ਼ੂਰ ਨੇ ਬੇਪਰਵਾਹ ਹੋ ਕੇ ਬਚਨ ਉਚਾਰਨ ਕੀਤੇ ਸਨ, ਜਿਹੜੇ ਆਪਾਂ ਬਾਣੀ ਵਿੱਚ ਪੜ੍ਹਦੇ। ਪ੍ਰਥਮੇ ਮਤਾ ਕੋਈ ਪੱਤਰੀ ਚਲਾਵੂੰ, ਦੁਤੀਏ ਮਤਾ ਦੋਏ ਮਾਨੁਖ ਪਹੁੰਚਾਵੂੰ, ਤ੍ਰਿਤੀਏ ਮਤਾ ਕਿਛ ਕਰੂੰ ਉਪਾਇਆ, ਮੈਂ ਸਭ ਕੇ ਛੋੜ
ਪ੍ਰਭ ਤੁਹੀਂ ਧਿਆਏ। ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਵਸ ਗਈ ਨਾ, ਉਹਨਾਂ ਨੂੰ ਸੁਲੇਹੀ ਖਾਂ ਦੀ ਕੋਈ ਪਰਵਾਹ ਨਹੀਂ। ਉਹ ਕੀ ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਵਿਗਾੜ ਸਕਦਾ। ਮੈਂ ਬਚਨ ਸਾਂਝੇ ਕਰ ਰਿਹਾ ਸੀ, ਭਾਈ ਸਾਹਿਬ ਨੇ ਬੜੇ ਸੋਹਣੇ ਸ਼ਬਦਾਂ ਦੇ ਨਾਲ ਆਪ ਜੀ ਨੂੰ ਇਸ ਸ਼ਬਦ ਦੀ ਵਿਆਖਿਆ ਕਰਕੇ ਦੱਸੀ ਵੀ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਿਟਾਈ। ਧੁਰ ਦਗਾ ਚ ਆਈ ਹੋਈ ਬਾਣੀ ਹੈ ਜਿਹੜੀਆਂ ਸਾਡੀਆਂ ਚਿੰਤਾਵਾਂ ਖਤਮ ਕਰਦੀ ਹੈ। ਪਰ ਖਤਮ ਕਦੋਂ ਹੋਣਗੀਆਂ ਚਿੰਤਾਵਾਂ? ਕਿਉਂਕਿ ਸਿੱਖ ਕਹਿੰਦਾ ਬਾਣੀ ਤੇ ਆ ਗਈ, ਅੱਜ ਤੇ ਮੈਂ ਚਿੰਤਾ ਤੁਰ, ਮੈਂ ਤੇ ਅੱਜ ਵੀ ਚਿੰਤਾ ਵਿੱਚ ਘਿਰਿਆ, ਮੇਰੀ ਚਿੰਤਾ ਕਦੋਂ ਖਤਮ ਹੋਏਗੀ? ਤੇ ਵਿਦਵਾਨ ਸੱਜਣ ਕਹਿੰਦੇ ਨੇ ਇਸ ਬਾਣੀ ਨੂੰ ਹਿਰਦੇ ਵਿੱਚ ਵਸਾ ਲਾ। ਜਿਨ੍ਹਾਂ ਦੇ ਹਿਰਦੇ ਵਿੱਚ ਬਾਣੀ ਵਸ ਗਈ ਉਹਨਾਂ ਨੂੰ ਸੰਸਾਰ ਦੀ ਕੋਈ ਚਿੰਤਾ ਨਹੀਂ ਜੇ ਸਤਾਉਂਦੀ। ਉਹਨਾਂ ਦੇ ਅੰਦਰੋਂ ਕੋਈ ਡਰ ਨਹੀਂ ਰਹਿ ਜਾਂਦਾ, ਸਾਰੇ ਡਰ ਲੱਥ ਜਾਂਦੇ। ਮਹਾਰਾਜ ਜੀ ਦੀ ਇਸ ਬਾਣੀ ਦੇ ਪਰਥਾਏ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ। ਉਹ ਕਹਿਣ ਲੱਗੇ, ਸਜਣਾ ਸਾਰੀਆਂ ਦਾਤਾਂ ਇਸ ਬਾਣੀ ਵਿੱਚ ਨੇ, ਸਾਰੇ ਪਦਾਰਥ ਇਸ ਬਾਣੀ ਵਿੱਚ। ਉਹਨਾਂ ਨੇ ਆਪਣੀ ਰਸਨਾ ਤੋਂ ਕੁਝ ਬੋਲ ਉਚਾਰਨ ਕੀਤੇ ਨੇ ਤੇ ਉਦਾਹਰਨਾਂ ਬੜੀਆਂ ਕਮਾਲ ਦੀਆਂ। ਕਹਿਣ ਲੱਗੇ ਸਮੁੰਦਰ ਦੇ ਵਿੱਚ ਬਹੁਤ ਕੁਝ, ਪਰ ਜਿਹੜੇ ਕਿਨਾਰਿਆਂ 'ਤੇ ਘੁੰਮ ਕਾ ਆਉਂਦੇ ਨੇ ਉਹਨਾਂ ਨੂੰ ਕੁਝ ਨਹੀਂ ਮਿਲਦਾ। ਜਿਹੜੇ ਗੋਤਾਖੋਰ ਨੇ ਸਮੁੰਦਰ ਦੀ ਤਹਿ ਤੱਕ ਜਾਂਦੇ ਨੇ ਨਾ, ਉਹਦੇ ਬਹੁਤ ਕੁਝ ਲੈ ਆਉਂਦੇ ਨੇ। ਦੂਸਰੀ ਉਦਾਹਰਨ ਦਿੱਤੀ, ਕਹਿਣ ਲੱਗੇ ਲੋਕ ਪਰਬਤਾਂ 'ਤੇ ਪਹਾੜਾਂ 'ਤੇ ਸੈਰ ਕਰਨ ਵਾਸਤੇ ਜਾਂਦੇ ਨੇ, ਸੈਰ ਕਰਕੇ ਆ ਜਾਂਦੇ ਨੇ, ਖਾਲੀ ਹੱਥ ਮੁੜ ਆਉਂਦੇ। ਉਹ ਕਹਿੰਦੇ ਕੁਝ ਵੀ ਨਹੀਂ। ਪਰ ਕਹਿਣ ਲੱਗੇ ਕੋ ਸੱਜਣੇ ਜਿਹੜਾ ਪਹਾੜਾਂ ਦੀਆਂ ਜਾ ਕੇ ਛਾਤੀਆਂ ਨੂੰ ਚੀਰਦਾ, ਉਹਨਾਂ ਦੇ ਖੁੰਦਰਾਂ ਵਿੱਚ ਜਾ ਕੇ ਵੜ ਜਾਂਦਾ, ਉਹ ਪਹਾੜਾਂ ਨੂੰ ਖੋਜਦਾ ਹੈ। ਜਿਹੜੇ ਤੇ ਸੈਰ ਕਰਕੇ ਆ ਜਾਂਦੇ ਨੇ ਉਹ ਤੇ ਕਹਿੰਦੇ ਨੇ ਅਸੀਂ ਖਾਲੀ ਆ ਗਏ, ਪਰ ਜਿਹੜੇ ਪਹਾੜਾਂ ਨੂੰ ਖੋਜਦੇ ਨੇ ਉਹ ਬੜੇ ਕੀਮਤੀ ਹੀਰੇ ਕੱਢ ਕੇ ਲੈ ਕੇ ਆਉਂਦੇ ਨੇ। ਤੀਸਰੀ ਉਦਾਹਰਨ ਭਾਈ ਸਾਹਿਬ ਹੁਣਾਂ ਨੇ ਬਾਣੀ ਦੀ ਵਡਿਆਈ ਵਿੱਚ ਦਿੱਤੀ। ਕਹਿਣ ਲੱਗੇ ਕਦੀ ਤੁਸੀਂ ਵੇਖੋ ਲੋਕ ਪਹਾੜਾਂ ਦੀ ਸੈਰ ਕਰਦੇ ਨੇ, ਸਮੁੰਦਰਾਂ ਦੀ ਕਿਨਾਰਿਆਂ ਦੀ ਸੈਰ ਕਰਦੇ ਨੇ, ਕੋਈ ਜੰਗਲਾਂ ਦੀ ਸੈਰ ਕਰਨ ਵਾਸਤੇ ਚਲੇ ਜਾਂਦੇ ਨੇ। ਜੰਗਲਾਂ ਦੇ ਵਿੱਚ ਬਹੁਤ ਵੱਡੇ ਵੱਡੇ ਦਰਖਤ ਨੇ, ਕੀਮਤੀ ਬੂਟੀਆਂ ਨੇ, ਚੰਦਨ ਵੀ ਹੈ, ਪਰ ਕਹਿਣ ਲੱਗੇ ਇੱਕ ਤੇ ਸੈਰ ਕਰਕੇ ਆ ਜਾਂਦਾ ਹੈ, ਉਹਦੇ ਤੇ ਹੱਥ ਵਿੱਚ ਕੁਝ ਨਹੀਂ, ਪਰ ਇੱਕ ਬੂਟੀਆਂ ਦੀ ਜਾਣਕਾਰੀ ਰੱਖਣ ਵਾਲਾ ਉਹ ਜਦੋਂ ਜੰਗਲਾਂ ਵਿੱਚ ਜਾਂਦਾ ਹੈ ਤੇ ਕੀਮਤੀ ਬੂਟੀਆਂ ਪੁੱਟ ਕੇ ਲਿਆ ਕੇ ਘਰ ਦੇ ਵਿੱਚ ਰਗੜ ਕੇ ਉਹਨਾਂ ਦੀ ਦਵਾਈ ਤਿਆਰ ਕਰਕੇ ਪਤਾ ਨਹੀਂ ਕਿੰਨਿਆਂ ਦੇ ਦੁੱਖ ਕੱਟ ਦਿੰਦਾ, ਪਰ ਇੱਕ ਖਾਲੀ ਹੱਥ ਆ ਜਾਂਦਾ। ਕਹਿਣ ਲੱਗੇ ਬਸ ਇਸੇ ਤਰ੍ਹਾਂ ਗੁਰਮੁਖੋ ਇੱਕ ਉਹ ਸੱਜਣ ਜੇ ਜਿਹੜਾ ਕੇਵਲ ਆਉਂਦਾ ਹੈ ਤੇ ਉਹ ਬਾਣੀ ਨੂੰ ਕੇਵਲ ਪੜ੍ਹ ਕੇ ਇੰਝ ਕਹਿ ਲਈਏ ਵੀ ਦਰਸ਼ਨ ਕਰਕੇ ਚਲਾ ਜਾਂਦਾ, ਹਿਰਦੇ ਵਿੱਚ ਨਹੀਂ ਵਸਾਉਂਦਾ। ਉਹ ਤੇ ਕਹਿੰਦਾ ਮੈਨੂੰ ਬਾਣੀ ਵਿੱਚ ਕੁਝ ਨਹੀਂ ਮਿਲਿਆ। ਪਰ ਇੱਕ ਉਹ ਸੱਜਣ ਜਿਹੜਾ ਬਾਣੀ ਨੂੰ ਤਹਿ ਤੱਕ ਖੋਜਦਾ, ਬਾਣੀ ਨੂੰ ਹਿਰਦੇ ਵਿੱਚ ਵਸਾਉਂਦਾ, ਬਾਣੀ ਤੇ ਯਕੀਨ ਕਰਦਾ, ਆਸਰਾ ਲੈਂਦਾ, ਉਹਨੂੰ ਸਾਰੇ ਪਦਾਰਥ ਮਿਲ ਜਾਂਦੇ। ਭਾਈ ਸਾਹਿਬ ਦੇ ਉਹ ਬੋਲ ਚੇਤੇ ਆਏ ਨੇ, ਜੈਸੇ ਤੋ ਸਕਲ ਨਿਧ ਪੂਰਨ ਸਮੁੰਦਰ ਵਿਖੈ, ਹੰਸ ਮਰ ਜੀਵਾ ਨਿਹਚੇ ਪ੍ਰਸ਼ਾਦ ਪਾਵਹੀ, ਜੈਸੇ ਪਰਬਤ ਹੀਰਾ ਮਾਨਕ ਪਾਰਸ ਸਿੱਧ, ਖਨਵਾਰਾ ਖਨ ਜਗ ਵਿਖੇ ਪ੍ਰਗਟਾਵਈ, ਜੈਸੇ ਬਨ ਵਿਖੇ ਮਲਿਆਗਰ ਸੋਧਾ ਕਪੂਰ, ਸੋਧ ਕੇ ਸੁਭਾਸੀ ਸੁਭਾਸ ਬਿਹ ਸਾਵਈ, ਤੈਸੇ ਗੁਰਬਾਣੀ ਵਿਖੈ ਸਕਲ ਪਦਾਰਥ ਹੈ, ਜੋਈ ਜੋਈ ਖੋਜੈ ਸੋਈ ਸੋਈ ਨੇਹ ਪਜਾਵੇ। ਬਾਣੀ ਵਿੱਚੋਂ ਸਭ ਦਾਤਾਂ ਮਿਲਦੀ, ਸਭ ਕੁਝ ਮਿਲਦਾ। ਕੀ ਮਿਲਦਾ? ਇੱਥੋਂ ਲੋਕ ਦੇ ਸੁੱਖ ਮਿਲਦੇ, ਇੱਥੋਂ ਪਰਲੋਕ ਦੇ ਸੁੱਖ ਮਿਲਦੇ। ਬਾਣੀ ਪੜ੍ਹਨ ਦੇ ਨਾਲ ਦੁੱਖ ਖਤਮ ਹੁੰਦੇ। ਬਾਣੀ ਨਾਲ ਜੁੜਨ ਵਾਲਾ ਇੱਕ ਦਿਨ ਨਿਰੰਕਾਰ ਦੇ ਘਰ ਵਿੱਚ ਪਹੁੰਚਦਾ ਹੈ, ਕਿਉਂਕਿ ਇਹ ਸ਼ਬਦ ਨਿਰੰਕਾਰ ਦੇ ਘਰ ਦੇ ਵਿੱਚੋਂ ਆਇਆ। ਧੁਰ ਕੀ ਬਾਣੀ ਆਈ, ਧੁਰ ਦਰਗਾਹ ਚੋਂ ਬਾਣੀ ਆਈ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਇਹ ਮਾਲਕ ਦੀ ਬਾਣੀ ਜੇ, ਰੱਬ ਦੇ ਘਰ ਦੇ ਵਿੱਚੋਂ ਆਏ ਹੋਏ ਬੋਲ ਨੇ। ਤੇ ਜਿੱਥੋਂ ਇਹ ਬੋਲ ਆਏ ਨੇ ਨਾ, ਤੇ ਜੇ ਇਹਨਾਂ ਬੋਲਾਂ ਨੂੰ ਕੋਈ ਹਿਰਦੇ ਵਿੱਚ ਵਸਾ ਲਏਗਾ ਤੇ ਮਹਾਰਾਜ ਕਹਿਣ ਲੱਗੇ ਇਹ ਸ਼ਬਦ ਜਿਹੜਾ ਹੈ ਨਿਰੰਕਾਰ ਦੇ ਘਰ ਦੇ ਵਿੱਚੋਂ ਸ਼ਬਦ ਆਇਆ। ਜਿਸ ਬੰਦੇ ਦੇ ਹਿਰਦੇ ਵਿੱਚ ਸ਼ਬਦ ਵਸ ਜਾਏਗਾ ਉਸ ਮਨੁੱਖ ਨੂੰ ਵੀ ਸ਼ਬਦ ਨਿਰੰਕਾਰ ਦੇ ਘਰ ਤੱਕ ਲੈ ਜਾਏਗਾ। ਇਹ ਹਜ਼ੂਰ ਨੇ ਇੱਕ ਕੌਤਕ ਵਰਤਾ ਕੇ ਸਤਿਗੁਰਾਂ ਨੇ ਬਾਣੀ ਦੀ ਮਹਾਨਤਾ ਦੱਸੀ। ਕੋਈ ਸ਼ੱਕ ਨਹੀਂ ਗੁਰਮੁਖੋ, ਜੇ ਭਾਈ ਗੁਰਦਾਸ ਜੀ ਕਹਿ ਰਹੇ ਨੇ ਨਾ ਵੀ ਸਾਰੇ ਪਦਾਰਥ ਜਿਹੜੇ ਨੇ ਬਾਣੀ ਵਿੱਚ ਨੇ,
तैसे गुरबाणी विखे सकल पदार्थ है, जोई जोई खोजै सोई सोई निभ जाए। किहड़ा पदार्थ जिहड़ा नहीं मिलदा? जे असीं बाणी नूं हिरदे विच वसा लईए ते बंदा लोक विच भी सुखी हुंदा है ते परलोक विच भी सुखी हुंदा। मैं इस करके थोड़ा जिहा बाणी ते बोलिया, क्योंकि कल नूं तुसीं इस अस्थान ते पहला प्रकाश दिहाड़ा मना रहे हो ते अज श्री दरबार साहब मनाया जा रहा, इस करके विचारां साझी कीती। असीं बाणी नाल जुड़ीए। इसे करके धन गुरु अमरदास महाराज जी ने बोल कहे ना, उन्होंने कदी ना भुलाइए। आओ एक वरसना सुची जरूर कर लीए। ते आखी जी गावो सच्ची बाणी, आवो सिख सत गुरु के प्यारे हो। गावो सच्ची बाणी, आवो सिख सत गुरु के प्यारे हो। तुसीं वड्डियां भागां वाले गुरमुखो, चलो भावें गुरुद्वारे दे विच हले नहीं आया जांदा, पर मैनूं पता तुसीं घर दे विच बैठ के कीर्तन भी सरवण करदे हो, फेसबुक राहीं लाइव कथा विचारां भी सरवण करदे हो। चलो जिन्नी देर तक गुरु घर दे विच नहीं आया जांदा, उन्नी देर तक घर विच बैठ के बाणी नाल जुड़िए, नितनेम बाणी दे पाठ करिए, कीर्तन कथा सुनिए, ताकि बाणी साडे हिरदे विच चली जाए। जिस दिन हिरदे विच बाणी वस जाएगी, उस दिन ये साडे ते बोल टुकणगे, धुर की बाणी आई तिन सगली चिंत मिटाई। हिरदे विच बाणी वसी होवे ते बंदे नूं कोई चिंता झूरा नहीं जे व्यापदा। लड़ीवार शब्द जो धन गुरु अमरदास महाराज जी ने बख्शिश की, रहाऊ दी पंक्ति है, मन रे गुरमुख हृदय विचार ओ मेरे मन। गुरु वाला बन गए ते हिरदे दे विच परमात्मा दे गुणां दी विचार करिया कर। ते एक होर काम करी। पुछया जी किहड़ा? कहण लगे, तज कूड़ कुटंब हौमे बिख तृष्णा चलन हृदय संभाल। इन्हां चीज़ां नूं छड्ड दे, झूठ बोलना छड्ड दे, कुटंब संसार दा मोह छड्ड दे, ते तीसरा हौमे नूं छड्ड दे। ये हौमे है ना जिहड़ी गुरमुखो, ये भी सानू गुरु नाल नहीं जे जुड़न देंदी, ये भी परमात्मा नाल नहीं जे जुड़न देंदी। क्योंकि हंकारी बंदा कहंदा गुरु दी कोई परवाह, वो कहंदा मेरे को धन दौलत ते मैनू की लोड़ बाणी पढ़न, मैनू की लोड़ नाम जपण दी, आ 4 दिन जिंदगी मिली ऐश करो। गुरु ग्रंथ साहब महाराज जी की बाणी विच सतगुरां ने एक नहीं दो नहीं बेअंत प्रमाण हंकार दे दिते। एक तो महाराज जी कहते हैं, जिस बंदे दे अंदर हंकार टिक गया उत्थे नाम नहीं टिके, उत्थे वाहिगुरू की बख्शिश नहीं टिके। एक भांडे दे विच एक चीज़ पाई जा सके, भांडे दे विच पानी भरिया पिया, तुसीं को दुध पा लईए किवें पा लां? पानी नूं डोलना पएगा तां कि उहदे विच दुध पए। इस हिरदे रूपी भांडे नूं हंकार विचों कढांगे, खाली करांगे तां नाम टिकेगा। नाम टिकेगा तो साडा संसार विच आउणा सफल है। इसे करके हजूर ने हंकार दे बचन कहंदे, बचन कैसी हर जियो हंकार ना भावी वेद कूक सुणावे। ते दूसरा बचन कह दिता सी, हौमे नावे नाल विरोध है, दोए न वसैं इक ठाए। हौमे दा ते नाम दे एक दूजे नाल विरोध। जिथे हौमे होएगी उत्थे हंकार नहीं टिकेगा वाहिगुरू, जिथे हौमे होएगी नाम नहीं टिकेगा, तो जिथे नाम टिक जाएगा उत्ते हंकार नहीं टिक। तो असी हले नाम नूं थां ही नहीं दित्ती, असी तो केवल हंकार दियां पंडा चुक्की फिरदे। ते जिन्हां चीज़ां दा हंकार कर रहे हैं ना, कबीर साहब ने बड़ियां उदाहरण दी, कहण लगे ना हंकार का, इन्हां दे जांदियां पता नहीं लगे। हजूर दे बोल ने, कबीर गर्भ न कीजिए रंक न हसीए कोय, अजे सुनाओ समुंदर में क्या जानो क्या होए। बंदे दा सुभाव 4 टके आ जान तो फिर बंदे नूं बंदा नहीं जे गिणदा, फिर कहंदा मेरे वर्गा तो कोई है नहीं, आते कीड़े मकोड़े तुरे फिरदे। वो तो बुला के भी खुश नहीं, वो कहंदा नहीं, गरीब बंदे नूं मैं बुलावना तो मेरी इज्जत घटदी, गरीब बंदा मेरे को बैठेगा तो मेरा मान सन्मान वधेगा नहीं घटेगा, लोग कहणगे भी उहदे वर्गे। पर कबीर साहब कहण लगे, ना गरीब दा मजाक उड़ा। पुछया जी क्यों? कहण लगे, अज तू संसार दे विच कहना मैं बहुत धनाड़, मैं बहुत अमीर है, रब दे रंगां दा कोई पता नहीं, किहड़े वेले गरीब अमीर हो सकदा है ते रब दे रंगां दा कोई पता नहीं, किहड़े वेले राजे भिखारी बन जांदे। ना माया दा हंकार का
ना गरीब का मजाक उड़ाए, ना उन्होंने कीड़े मकौड़े आखे। तो ये कोई दो राय नहीं गुरमुखो। जिस माया का, जिस पदवियां का असीं हंकार करते हैं ना, उन्होंने पदवियां नूं खुसन लग्या कखिन दिना समा ला दो। माया का हंकार सी, माया जांदे कखिन जिन्ना समा नहीं ला। ये तो रब की नज़र सीधी हो जाए तो गुरमुखो सब कोई दातां घर विच नहीं। किते रब की नज़र पुठी हो जाए ना तो बादशाह भी भिखारी बन लग्या कोई समा नहीं ला। आसा की वार की पौड़ी इसी की व्याख्या करती, चित्ते अंदर सब को वेख नदरी हेठ चलाएंदा, आपे दे वड़ियाइयां आपे ही कर्म कराएंदा, वड्डो वड्डा वडमेदनी सिरे सिर धंधे लाएंदा, नदरो पट्ठी जे करे सुल्ताना कहो कराएंदा। रंकना सी कोई सुल्ताना कहो कराएंदा, दर मंगण भिख ना पाए। कबीर साहब कहन लगे ना हंकार कर, कबीर गर्भ ना कीजिए, रंक ना सीए कोई अजे सुनाओ समुद्र में है, क्या जानो क्या हो। कबीर गर्भ ना कीजिए, देही दे को सुरंग। तू कहना मेरे वर्गा सुंदर कोई नहीं, मेरे वर्गा शरीर बल वाला किसी का नहीं, मैं इन्ना बलशाली इन्ना सुंदर। कह लगे ना इस बल का हंकार कर, पता नहीं किहड़े वेले रब ने इहो जी ठेस पहुँचाउणी है, तेरा बल किते कम नहीं, मौत के मूँह विच पै जाण। ना हंकार करो। कबीर गर्भ न कीजिए, देही देग सुरंग, आज काल तज जाहोगे ज्यों कांचरी भुजंग। कह लगे इस शरीर का मान कर दे, पता नहीं किहड़े वेले रब के घर दे विच सदड़ा आ जाण। इत्थे ते महाराज जी कह लगे तू हसदा पिया, परिवार विच बैठा है, परिवार विच बैठे नूं अचिंते बाज पै जाने ने, पता ही कोई नहीं लगना किहड़े वेले परिवार के हत्थां विच तों निकल के मौत की गोद विच सौ जाण। काहदा हंकार, ना शरीर का हंकार कर, ना माया का हंकार कर। तो जदों शरीर की गल आई ना, तो बाबा फरीद जी का सलोक कदी ना भुले जे। फरीदा दरियावे कन्ने बगुला बैठा केल करे, केल करेंदे हंज नूं अचिंते बाज पए, बाज पए तिस रब दे केलां विसरियां, जो मन चित न चेते सन सुगाली रब की। अज कहना मेरे वर्गा बलशाली ने, मेरे वर्गे सुंदर शरीर ने, इस सुंदर देह नूं खत्म दें कोई समा नहीं लगना। इसे करके तो बाबा फरीद जी ने बचन कहा सी, गंढेंदियां छे माह तुड़ंदियां हिक खिनो बंदियां। शरीर बन लग्या 6 महीने का समा लगदे, पर शरीर खत्म हो लग्या 6 महीने नहीं हो लगने। रब ना करे किते बंदा जा रहा थोड़ी जी सट फेट वाजे, एक्सीडेंट हो जाए तो बंदा उत्थे बेचारा सदा दी नींद सौ जाता। काहदा इहदा हंकार, काहदा इहदा मान करते। महाराज कहन लगे ना मान करया कर, ना हंकार करे कर, किते गुरु परमात्मा दी बाणी नाल जुड़िया कर, वाहिगुरू दा नाम जपिया कर। कहन लगे तां तेरा किते संसार विच आउणा सफल होना। खैर बहुत परमान ने इस हंकार दे, जिवें धन गुरु तेग बहादुर साहब महाराज जी ने बचन कहने, तीर्थ बरत अरदान कर, मन में धरे गुमान, नानक ने फुल जात ते ज्यों कुंचर इशनान। ना हंकार करया कर। ਜਿਹੜੇ ਚੰਗੇ ਕੰਮ ਕੀਤੇ ਨੇ ਨਾ, ਹੰਕਾਰ ਨੇ ਇਹਨਾਂ ਵੀ ਮਲੀਆਂ ਮੇਟ ਕਰਕੇ ਰੱਖ ਦੇਣਾ। ਸ਼ਬਦ ਲੰਬੇਰਾ ਹੈ, ਆਪਾਂ ਕੱਲ੍ਹ ਵੀ ਇਹਦੀ ਵਿਚਾਰ ਕੀਤੀ। ਅੱਜ ਸੰਪੂਰਨ ਇਹਦੇ ਅੱਖਰੀ ਅਰਥ ਕਰਕੇ ਆਪਾਂ ਇਸ ਸ਼ਬਦ ਦੀ ਸਮਾਪਤੀ ਕਰਨੀ ਹੈ। ਹਜ਼ੂਰ ਨੇ ਪਹਿਲੀ ਪੰਕਤੀ ਇੱਥੋਂ ਆਰੰਭ ਕੀਤੀ, ਗੁਰ ਸਲਾਹੀ ਸਦਾ ਸੁਖ ਦਾਤਾ ਪ੍ਰਭ ਨਾਰਾਇਣ ਸੋਈ। ਮਹਾਰਾਜ ਕਹਿਣ ਲੱਗੇ ਮੈਂ ਸਦਾ ਗੁਰੂ ਨੂੰ ਸਲਾਹੁਣਾ। ਗੁਰ ਸਲਾਹੀ, ਗੁਰੂ ਦੀ ਵਡਿਆਈ ਕਰਦਾ। ਪੁੱਛਿਆ ਜੀ ਕਿਉਂ ਵਡਿਆਈ ਕਰਦੇ? ਕਹਿਣ ਲੱਗੇ ਗੁਰੂ ਦੀ ਵਡਿਆਈ ਇਸ ਕਰਕੇ ਕਰਦਾ ਹੈ ਕਿਉਂਕਿ ਗੁਰੂ ਰਾਖਸ਼ਾਂ ਨੂੰ ਦੇਵਤੇ ਬਣਾਉਣ ਵਾਲਾ। ਬਲਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਕਹਿਣ ਲੱਗੇ ਗੁਰੂ ਨੂੰ ਇਸ ਕਰਕੇ ਸਲਾਹੁਣਾ ਹੈ ਕਿਉਂਕਿ ਗੁਰੂ ਦੀ ਨਜ਼ਰ ਹੋ ਜਾਏ ਤੇ ਬੰਦੇ ਦਾ ਕਰੋੜਾਂ ਜਨਮਾਂ ਦਾ ਅੰਦਰ ਜਿਹੜਾ ਹਨੇਰਾ ਹੈ ਨਾ ਅਗਿਆਨਤਾ ਦਾ, ਉਹ ਦੂਰ ਹੋ ਜਾਂਦਾ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਹਿੰਦੇ, ਜੇ 100 ਚੰਦਾ ਉਗਮੈ ਸੂਰਜ ਚੜ੍ਹੇ 1000, ਇਤੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਗੁਰ ਸਲਾਹੀ, ਮਹਾਰਾਜ ਕਹਿਣ ਲੱਗੇ ਮੈਂ ਸਦਾ ਗੁਰੂ ਨੂੰ ਸਲਾਹੁਣਾ, ਵਡਿਆਈ ਕਰਦਾ। ਸਦਾ ਸੁਖ ਦਾਤਾ, ਕਿਉਂਕਿ ਉਹ ਸਾਨੂੰ ਹਮੇਸ਼ਾ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ। ਪ੍ਰਭ ਨਾਰਾਇਣ ਸੋਈ, ਮਹਾਰਾਜ ਕਹਿਣ ਲੱਗੇ ਮੇਰੇ ਵਾਸਤੇ ਗੁਰੂ ਹੀ ਨਾਰਾਇਣ, ਮੇਰੇ ਵਾਸਤੇ ਗੁਰੂ ਹੀ ਪਰਮਾਤਮਾ।
ਹੁਣ ਵੇਖੋ ਅਸੀਂ ਤੇ ਗੁਰੂ ਨੂੰ ਕਦੀ ਰੱਬ ਜਾਣ ਕੇ ਨਹੀਂ ਨਾ ਚੁੱਕੇ, ਪਰ ਭੱਟ ਸਾਹਿਬਾਨਾਂ ਦੇ ਅੰਦਰ ਨੂੰ ਵੇਖੋ। ਉਹ ਕਹਿਣ ਲੱਗੇ ਭਲਿਓ ਜਿਹੜਾ ਬੰਦਾ ਕਹਿੰਦਾ ਨਾ ਮੈਂ ਹਾਲੇ ਤੱਕ ਰੱਬ ਜੀ ਨਹੀਂ ਵੇਖੇ, ਰੱਬ ਦੇ ਦਰਸ਼ਨ ਨਹੀਂ ਕੀਤੇ, ਪਰਮਾਤਮਾ ਦੇ ਦਰਸ਼ਨ ਨਹੀਂ ਕੀਤੇ, ਕਹਿਣ ਲੱਗੇ ਗੋਇੰਦਵਾਲ ਸਾਹਿਬ ਜਾਂਦੇ ਹੋ ਨਾ, ਉੱਥੇ ਸ਼ਰਧਾ ਭਾਵਨਾ ਨਾਲ ਝੁਕਿਆ ਕਰੋ। ਗੁਰੂ ਅਮਰਦਾਸ ਮਹਾਰਾਜ ਜੀ ਰੱਬ ਦਾ ਰੂਪ ਹੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਵਿੱਚੋਂ ਰੱਬ ਦੇ ਦਰਸ਼ਨ ਹੁੰਦੇ ਨੇ। ਪਰਮਾਤਮਾ ਆਪ ਗੋਇੰਦਵਾਲ ਸਾਹਿਬ ਆ ਗਿਆ ਜੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਰੂਪ ਵਿੱਚ। ਉਹਨਾਂ ਨੇ ਆਪਣੀ ਰਸਨਾ ਤੋਂ ਗੁਰੂ ਦੀ ਵਡਿਆਈ ਕਰਦਿਆਂ ਬਚਨ ਕਹਿੰਦੇ ਆਪ ਨਰਾਇਣ ਕਲਾ ਧਾਰ ਜਗ ਮਹਿ ਪਰਵਰੇ। ਜਿਹੜੇ ਕਹਿੰਦੇ ਨੇ ਹਾਲੇ ਤੱਕ ਰੱਬ ਨਹੀਂ ਵੇਖਿਆ, ਭੱਟ ਸਾਹਿਬਾਨ ਕਹਿੰਦੇ ਨੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕਰੋ, ਰੱਬ ਆਪ ਅੰਮ੍ਰਿਤਸਰ ਆ ਗਿਆ ਜੀ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜਨ ਪ੍ਰਤੱਖ। ਗੁਰੂ ਅਰਜਨ ਹਰੀ ਦਾ ਪ੍ਰਤੱਖ ਰੂਪ। ਜਿਹੜੇ ਕਹਿੰਦੇ ਨੇ ਰੱਬ ਨਹੀਂ ਵੇਖਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਵੇਖੋ। ਜਿਨ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ, ਸਮਝ ਲੈਣਾ ਉਹਨਾਂ ਨੇ ਰੱਬ ਦੇ ਦਰਸ਼ਨ ਕਰ ਲਏ ਨੇ। ਮਹਾਰਾਜ ਜੀ ਅੱਜ ਕਹਿੰਦੇ ਪਏ ਨੇ ਗੁਰ ਸਲਾਹੀ, ਮੈਂ ਆਪਣੇ ਗੁਰੂ ਨੂੰ ਸਲਾਹੁਣਾ। ਸਦਾ ਸੁਖ ਦਾਤਾ, ਉਹ ਸਦਾ ਸੁੱਖਾਂ ਦੀਆਂ ਦਾਤਾਂ ਦੇਣ ਵਾਲਾ। ਪ੍ਰਭ ਨਾਰਾਇਣ ਸੋਰੀ, ਮੇਰੇ ਵਾਸਤੇ ਤੇ ਗੁਰੂ ਹੀ ਨਾਰਾਇਣ ਹੈ, ਮੇਰੇ ਵਾਸਤੇ ਤਾਂ ਗੁਰੂ ਹੀ ਰੱਬ ਹੈ। ਗੁਰ ਪ੍ਰਸਾਦ ਪਰਮ ਪਦ ਪਾਇਆ, ਵੱਡੀ ਵਡਿਆਈ ਹੋਵੇ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਗੁਰੂ ਦੀ ਕਿਰਪਾ ਦੇ ਨਾਲ ਸਾਨੂੰ ਪਰਮ ਪਦਵੀ ਮਿਲੀ ਹੈ। ਪਰਮ ਪਦਵੀ ਦਾ ਅਰਥ ਉੱਚੀ ਅਵਸਥਾ, ਬ੍ਰਹਮ ਗਿਆਨੀ ਦੀ ਅਵਸਥਾ ਵਿੱਚ ਪਹੁੰਚ ਜਾਣਾ, ਇੱਕ ਸੰਤ ਦੀ ਅਵਸਥਾ ਵਿੱਚ ਪਹੁੰਚ ਜਾਣਾ, ਰੱਬ ਦਾ ਰੂਪ ਬਣ ਜਾਣਾ। ਇਹ ਗੁਰੂ ਬਣਾ ਸਕਦਾ। ਮਹਾਰਾਜ ਜੀ ਕਹਿੰਦੇ ਨੇ ਅਨ ਦਿਨ ਗੁਣ ਗਾਵੇ ਨਿਤ ਸਾਚੇ, ਸੱਚ ਸਮਾਵੇ ਸੋਈ। ਕਹਿਣ ਲੱਗੇ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਬੰਦਾ ਵਾਹਿਗੁਰੂ ਦੇ ਨਾਮ ਨੂੰ ਜਪਦਾ ਹੈ, ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਨਾ, ਤੇ ਕਹਿਣ ਲੱਗੇ ਉਹ ਬੰਦਾ ਸੱਚ ਵਿੱਚ ਸਮਾ ਜਾਂਦਾ। ਗੁਰੂ ਦੀ ਕਿਰਪਾ ਦੇ ਨਾਲ ਉਹ ਬੰਦਾ ਰੱਬ ਦਾ ਰੂਪ ਹੋ ਜਾਂਦਾ। ਇਸੇ ਕਰਕੇ ਮਹਾਰਾਜ ਜੀ ਨੇ ਬਚਨ ਕਿਹਾ ਸੀ ਗੁਰ ਕਿਰਪਾ ਜਿਹੇ ਨਰ ਕੋ ਕੀਨੀ ਤੇ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿੰਘ ਜੋ ਪਾਣੀ ਸੰਗ ਪਾਣੀ। ਮਨ ਰੇ ਗੁਰਮੁਖ ਹਿਰਦੇ ਵਿਚਾਰ, ਰਹਾਉ ਦੀ ਪੰਕਤੀ ਹੈ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਨੇ ਮੇਰੇ ਮਨ ਗੁਰੂ ਦੇ ਚਰਨਾਂ ਵਿੱਚ ਜੁੜਿਆ ਕਰ, ਤੇ ਗੁਰੂ ਦੇ ਚਰਨਾਂ ਵਿੱਚ ਜੁੜ ਕੇ ਪਰਮਾਤਮਾ ਦਾ ਨਾਮ ਜਪਿਆ ਕਰ। ਤਜ ਕੂੜ ਕੁਟੰਬ ਹਉਮੈ ਬਿਕ ਤ੍ਰਿਸ਼ਨਾ, ਚੱਲਣ ਹਿਰਦੇ ਸੰਭਾਲ। ਕਹਿਣ ਲੱਗੇ ਝੂਠ ਬੋਲਣਾ ਛੱਡ ਦੇ, ਪਰਿਵਾਰ ਦਾ ਮੋਹ ਛੱਡ ਦੇ, ਹਉਮੈ ਨਹੀਂ ਛੱਡ ਦੇ, ਤ੍ਰਿਸ਼ਨਾ ਨੂੰ ਛੱਡ ਦੇ, ਤੇ ਮੌਤ ਨੂੰ ਚੇਤੇ ਰੱਖਿਆ ਕਰ। ਇਹ ਚੀਜ਼ਾਂ ਤਾਂ ਹੀ ਸਾਨੂੰ ਯਾਦ ਰਹਿਣਗੀਆਂ ਜੇ ਗੁਰੂ ਦੇ ਚਰਨਾਂ ਵਿੱਚ ਜੁੜਾਂਗੇ। ਮਹਾਰਾਜ ਕਹਿਣ ਲੱਗੇ ਸਤਿਗੁਰ ਦਾਤਾ ਰਾਮ ਨਾਮ ਕਾ, ਹੋਰ ਦਾਤਾ ਕੋਈ ਨਹੀਂ। ਪਰਮਾਤਮਾ ਦੇ ਨਾਮ ਦੀ ਦਾਤ ਦੇਣ ਵਾਲਾ ਕੇਵਲ ਇੱਕੋ ਦਾਤਾ ਜੀ, ਉਹ ਹੈ ਸਤਿਗੁਰੂ, ਉਹ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਕਹਿਣ ਲੱਗੇ ਗੁਰੂ ਦੇ ਚਰਨਾਂ ਨਾਲ ਜੁੜਿਆ ਕਰ, ਗੁਰੂ ਹੀ ਤੈਨੂੰ ਪਰਮਾਤਮਾ ਦੇ ਘਰ ਤੱਕ ਪਹੁੰਚਾਉਣ ਵਾਲਾ। ਜੀ ਦਾਨ ਦੇ ਤ੍ਰਿਪਤਾਸੀ ਸੱਚੇ ਨਾਮ ਸਮਾਹੀ। ਗੁਰੂ ਸਾਨੂੰ ਆਤਮਿਕ ਜੀਵਨ ਦੇਣ ਵਾਲਾ ਤੇ ਮਾਇਆ ਦੀ ਤ੍ਰਿਸ਼ਨਾ ਤੋਂ ਬਚਾਉਣ ਵਾਲਾ। ਅਨ ਦਿਨ ਹਰ ਰਵਿਆ ਰਿਦ ਅੰਤਰ ਸਹਿਜ ਸਮਾਧ ਲਗਾ। ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਨੇ ਨਾ, ਉਹਨਾਂ ਦੇ ਹਿਰਦੇ ਵਿੱਚ ਹਰੀ ਦਾ ਨਾਮ ਸਮਾਇਆ ਰਹਿੰਦਾ, ਟਿਕਿਆ ਰਹਿੰਦਾ। ਸਤਿਗੁਰ ਸ਼ਬਦੀ ਇਹ ਮਨ ਭੇਦਿਆ ਹਿਰਦੇ ਸਾਚੀ ਬਾਣੀ। ਜਿਸ ਬਾਣੀ ਦੀ ਆਪਾਂ ਵਿਚਾਰ ਕੀਤੀ ਨਾ, ਉਸੇ ਬਾਣੀ ਦੀ ਸ਼ੋਭਾ ਮਹਾਰਾਜ ਜੀ ਕਰਦੇ ਪਏ। ਕਹਿਣ ਲੱਗੇ ਇਸ ਸੱਚੀ ਬਾਣੀ ਨਾਲ ਜੁੜਿਆ ਕਰ। ਜਿਸ ਬੰਦੇ ਦਾ ਹਿਰਦਾ ਸੱਚੀ ਬਾਣੀ ਨਾਲ ਵਿੰਨਿਆ ਗਿਆ, ਜਿਸ ਮਨੁੱਖ ਦੇ ਹਿਰਦੇ ਵਿੱਚ ਬਾਣੀ ਵਸ ਗਈ, ਕਹਿਣ ਲੱਗੇ ਰੱਬ ਦਾ ਰੂਪ ਬਣ ਜਾਂਦਾ। ਮੇਰਾ ਪ੍ਰਭ ਅਲਖ ਨਾ ਜਾਈ ਲਖਿਆ, ਗੁਰਮੁਖ ਆਕਤ ਕਹਾਣੀ। ਗੁਰੂ ਦੀ ਕਿਰਪਾ ਦੇ ਨਾਲ ਪਤਾ ਲੱਗਦਾ ਵੀ ਪਰਮਾਤਮਾ ਕਿੰਨਾ ਕੁ ਵੱਡਾ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਆਪੇ ਦਇਆ ਕਰੇ ਸੁਖਦਾਤਾ, ਜਪੀਏ ਸਾਰੰਗ ਪਾਣੀ। ਗੁਰੂ ਕਿਰਪਾ ਕਰਦਾ ਨਾ, ਜਦੋਂ ਨਾਮ ਦੀਆਂ ਦਾਤਾਂ ਦਿੰਦਾ, ਤੇ ਜਦੋਂ ਫਿਰ ਬੰਦਾ ਨਾਮ ਜਪਦਾ ਤੇ ਫਿਰ ਸਾਰੰਗ ਪਾਣੀ ਦੇ ਅਰਥ ਨੇ ਧਨੁਖ ਧਾਰੀ ਪਰਮਾਤਮਾ, ਉਹਦੇ ਵਿੱਚ ਬੰਦਾ ਲੀਨ ਹੋ ਜਾਂਦਾ। ਆਵਣ ਜਾਣਾ ਬੋੜ ਨਾ ਹੋਵੇ ਗੁਰਮੁਖ ਸਾਹਿਤ ਧਿਆਇਆ। ਜਿਹੜੇ ਬਾਣੀ ਨੂੰ ਪੜ੍ਹਦੇ ਨੇ, ਹਿਰਦੇ ਵਿੱਚ ਵਸਾਉਂਦੇ ਨੇ, ਨਾਮ ਜਪਦੇ ਨੇ, ਉਹਨਾਂ ਦਾ ਆਉਣ ਜਾਣ ਦਾ ਸਿਲਸਿਲਾ ਖਤਮ ਹੋ ਜਾਂਦਾ। ਉਹ 84 ਦੇ ਗੇੜ ਤੋਂ ਬਚ ਜਾਂਦੇ ਨੇ। ਮਨ ਹੀ ਤੇ ਮਨ ਮਿਲਿਆ ਸੁਆਮੀ, ਮਨ ਹੀ ਮਨ ਵਸਾਇਆ। ਕਹਿਣ ਲੱਗੇ ਜਦੋਂ ਮਨ ਬਾਣੀ ਵਿੱਚ ਜੁੜ ਜਾਏ, ਮਨ ਨਾਮ ਵਿੱਚ ਜੁੜ ਜਾਏ, ਤੇ ਇਹ ਮਨ ਜਿਹੜਾ ਹੈ ਸਾਨੂੰ ਪਰਮਾਤਮਾ ਤੱਕ ਪਹੁੰਚਾ ਜਾਂਦਾ। ਸਾਚੇ ਹੀ ਸੱਚ ਸਾਜ ਭਤੀਜੇ ਵਿੱਚੋਂ ਆਪ ਗਵਾਏ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਨਾਲ ਹਿਰਦੇ ਵਿੱਚੋਂ ਹੰਕਾਰ ਨੂੰ ਕੱਢ ਦਿੱਤਾ, ਨਾਮ ਨੂੰ ਵਸਾ ਲਿਆ ਹੈ ਨਾ,
ਉਹਨਾਂ ਤੇ ਵਾਹਿਗੁਰੂ ਦੀ ਬਖਸ਼ਿਸ਼ ਹੁੰਦੀ ਹੈ। ਏਕੋ ਇੱਕ ਵਸੇ ਮਨ ਸੁਆਮੀ ਦੂਜਾ ਅਵਰ ਨਾ ਕੋਈ। ਉਹਨਾਂ ਦੇ ਹਿਰਦੇ ਵਿੱਚ ਇੱਕ ਪਰਮਾਤਮਾ ਦਾ ਨਿਵਾਸ ਹੁੰਦਾ ਹੈ, ਫਿਰ ਉਹ ਦੂਜੇ ਦੀ ਪਰਵਾਹ ਨਹੀਂ ਕਰਦੇ। ਉਹਨਾਂ ਦਾ ਜੀਵਨ ਐਸਾ ਬਣ ਜਾਂਦਾ ਹੈ, ਕਿਸੇ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਏਕੋ ਨਾਮ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸੱਚ ਸੋਈ। ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਪਰਮਾਤਮਾ ਦਾ ਨਾਮ ਬੜਾ ਮਿੱਠਾ ਹੈ। ਇਹ ਆਤਮਾ ਜੀਵਨ ਦੇਣ ਵਾਲਾ, ਆਤਮਿਕ ਜੀਵਨ ਦੇਣ ਵਾਲਾ। ਇਸ ਨਾਮ ਨੂੰ ਕਦੀ ਹਿਰਦੇ ਵਿੱਚੋਂ ਭੁਲਾਇਆ ਨਾ ਕਰ। ਤੇ ਅਖੀਰ ਵਿੱਚ ਮਹਾਰਾਜ ਜੀ ਕਹਿੰਦੇ ਨੇ ਨਾਨਕ ਨਾਮ ਪ੍ਰਭੂ ਤੇ ਪਾਈਏ। ਪਹਿਲਾਂ ਗੁਰੂ ਦੇ ਚਰਨਾਂ ਨਾਲ ਜੁੜ, ਤੇ ਗੁਰੂ ਤੈਨੂੰ ਪਰਮਾਤਮਾ ਦੇ ਚਰਨਾਂ ਨਾਲ ਜੋੜੇਗਾ। ਤੇ ਜਦੋਂ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਗਿਆ, ਹਿਰਦੇ ਵਿੱਚ ਨਾਮ ਵਸ ਗਿਆ, ਨਾਨਕ ਨਾਮ ਪ੍ਰਭੂ ਤੇ ਪਾਈਏ ਜਿਨ ਕੋ ਧੁਰ ਲਿਖਿਆ ਹੋਈ। ਕਹਿਣ ਲੱਗੇ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ, ਫਿਰ ਬੰਦਾ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਪਰ ਮਹਾਰਾਜ ਕਹਿਣ ਲੱਗੇ ਹਰੇਕ ਨੂੰ ਨਾਮ ਦੀ ਦਾਤ ਨਹੀਂ ਮਿਲਦੀ। ਕਹਿਣ ਲੱਗੇ ਜਿਨ ਕੋ ਧੁਰ ਲਿਖਿਆ ਹੋਈ, ਜਿਨ੍ਹਾਂ ਦੇ ਭਾਗਾਂ ਵਿੱਚ ਗੁਰੂ ਦੀ ਪ੍ਰਾਪਤੀ ਦਾ ਲੇਖ ਲਿਖ ਦਿੰਦਾ ਹੈ ਨਾ ਪਰਮਾਤਮਾ, ਜਿਹੜੇ ਗੁਰੂ ਦੇ ਚਰਨਾਂ ਵਿੱਚ ਜੁੜਦੇ ਨੇ ਉਹਨਾਂ ਦੇ ਹਿਰਦੇ ਵਿੱਚ ਨਾਮ ਵਸਦਾ ਹੈ। ਤੇ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਦਾ ਹੈ ਉਹਨਾਂ ਦੀ ਵਡਿਆਈ ਮਹਾਰਾਜ ਜੀ ਕਰਦੇ ਆ। ਕਹਿੰਦੇ ਨੇ ਅਬ ਤੋਂ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ ਰਾਮ ਕਬੀਰਾ ਏਕ ਭਏ ਹੈ ਕੋਏ ਨਾ ਸਕੇ ਪਛਾਣੀ। ਉਹ ਤੇ ਰੱਬ ਦਾ ਰੂਪ ਬਣ ਜਾਂਦੇ ਨੇ। ਸਤਿਗੁਰੂ ਕਿਰਪਾ ਕਰਨ, ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਬੋਲ ਸਾਡੇ ਹਿਰਦੇ ਵਿੱਚ ਵਸ ਜਾਣ। ਅਸੀਂ ਵੀ ਗੁਰੂ ਚਰਨਾਂ ਨਾਲ ਜੁੜ ਕੇ ਪਰਮਾਤਮਾ ਦੇ ਨਾਮ ਨੂੰ ਜਪੀਏ ਤਾਂ ਕਿ ਸਾਡਾ ਸੰਸਾਰ ਦੇ ਵਿੱਚ ਆਉਣਾ ਸਫਲ ਹੋ ਸਕੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜਿਓ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।